हेलो डियर स्टूडेंट्स, ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਗੱਲ ਕਰਾਂਗੇ ਕਿ ਜੋ ਪੰਜਾਬੀ ਯੂਨੀਵਰਸਿਟੀ ਦੀਆਂ ਇੰਸਟਰਕਸ਼ਨਸ ਆਈਆਂ ਦਸੰਬਰ 2020 ਐਗਜ਼ਾਮੀਨੇਸ਼ਨ ਦੇ ਲਈ ਉਹਨਾਂ ਬਾਰੇ। ਸੋ ਇਸ ਵਿੱਚ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਕੁਐਰੀਜ਼ ਸੀ, ਸੋ ਮੈਂ ਸੋਚਿਆ ਕਿ ਵੀਡੀਓ ਦੇ ਰਾਹੀਂ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਦੇ ਐਗਜ਼ਾਮੀਨੇਸ਼ਨ ਆਨਲਾਈਨ ਮੋਡ ਵਿੱਚ ਕੰਡਕਟ ਕਰਾਏ ਜਾਣੇ ਆ, ਜੋ ਉਹਨਾਂ ਲਈ ਕੀ ਕੰਡੀਸ਼ਨਸ ਹੈ। ਸੋ ਪਹਿਲਾਂ ਤਾਂ ਜਿਹੜਾ ਹੈਗਾ ਤੁਸੀਂ ਸਾਰਿਆਂ ਨੇ ਆਪਣੀ ਡੇਟ ਸ਼ੀਟ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣੀ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈ ਆਪਾਂ ਗੱਲ ਕਰਾਂਗੇ ਜਿਸ ਦਿਨ ਤੁਹਾਡਾ ਪੇਪਰ ਹੋਏਗਾ, ਐਗਜ਼ਾਮ ਹੋਏਗਾ, ਵਟਸਐਪ ਗਰੁੱਪ ਦੇ ਵਿੱਚ ਤੁਹਾਨੂੰ ਕੁਐਸਚਨ ਪੇਪਰ ਅਵੇਲੇਬਲ ਹੋ ਜਾਏਗਾ। ਅਗਰ ਪੀਜੀ ਕਲਾਸ ਹੈ ਯਾਨੀ ਕਿ ਐਮਐਸਸੀ ਕਲਾਸ ਦੇ ਲਈ ਪੇਪਰ 10 ਵਜੇ ਅਵੇਲੇਬਲ ਹੋਏਗਾ, ਔਰ ਜਿਹੜੀ ਯੂਜੀ ਅੰਡਰ ਗ੍ਰੈਜੂਏਸ਼ਨ ਕੋਰਸਿਸ ਹੈ ਬੀਐਸਸੀ ਕਲਾਸਿਸ ਦੇ ਲਈ ਪੇਪਰ 9 ਵਜੇ ਵਟਸਐਪ ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਏਗਾ ਸਭ ਨੂੰ। ਸੋ ਪੇਪਰ ਨੂੰ ਸੋਲਵ ਕਰਨ ਲਈ 2 ਘੰਟੇ ਦਾ ਟਾਈਮ ਦਿੱਤਾ ਜਾਏਗਾ। ਉਸ ਤੋਂ ਬਾਅਦ 2 ਘੰਟੇ ਲਈ ਪੇਪਰ ਡਾਊਨਲੋਡ ਕਰਨ ਲਈ, ਸਕੈਨ ਕਰਨ ਲਈ ਔਰ ਦਿੱਤੇ ਜਾਣਗੇ, ਮੇਲ ਕਰਨ ਲਈ ਦਿੱਤੇ ਜਾਣਗੇ। ਹੁਣ ਜਿਹੜਾ ਕੁਐਸਚਨ ਇਹ ਹੈ ਕਿ ਕਿਸ ਤਰ੍ਹਾਂ ਦੇ ਪੇਪਰ ਲਈ ਸ਼ੀਟਸ ਯੂਜ਼ ਕਰਨੀਆਂ, ਕਿਸ ਤਰ੍ਹਾਂ ਦਾ ਪੈਟਰਨ ਹੈ ਸ਼ੀਟਸ ਦਾ, ਹੈ ਨਾ। ਸੋ ਇਹ ਸਭ ਮੈਂ ਅੱਜ ਹੁਣ ਡਿਸਕਸ ਕਰਾਂਗਾ ਤੁਹਾਡੇ ਨਾਲ। ਸੋ ਜਦੋਂ ਤੁਹਾਨੂੰ 9 ਵਜੇ ਪੇਪਰ ਹੋ ਜਾਏਗਾ, ਅਵੇਲੇਬਲ ਹੋ ਜਾਏਗਾ, ਤਾਂ 9 ਵਜੇ ਪੀਜੀ ਕਲਾਸਿਸ ਦੇ ਲਈ ਪੇਪਰ ਅਵੇਲੇਬਲ ਹੋ ਜਾਏਗਾ, ਤਾਂ 1 ਵਜੇ ਤੁਸੀਂ ਸਬਮਿਟ ਕਰਨਾ ਹੋਏਗਾ। ਔਰ ਅੰਡਰ ਗ੍ਰੈਜੂਏਸ਼ਨ ਬੀਐਸਸੀ ਕਲਾਸਿਸ ਲਈ ਪੇਪਰ 10 ਵਜੇ ਅਵੇਲੇਬਲ ਹੋਏਗਾ, ਤਾਂ ਉਹਨਾਂ ਨੇ 2 ਵਜੇ ਤੱਕ ਪੇਪਰ ਨੂੰ ਸਬਮਿਟ ਕਰਨਾ ਹੋਏਗਾ। ਔਰ ਉਹ ਈਮੇਲ ਰਾਹੀਂ ਹੀ ਸਬਮਿਟ ਕਰਨਾ ਹੈ ਪੇਪਰ, ਔਰ ਈਮੇਲ ਤੁਹਾਨੂੰ ਵਟਸਐਪ ਗਰੁੱਪ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਸਵੇਰੇ। ਸੋ ਉਸ ਈਮੇਲ 'ਤੇ ਆਪਣਾ ਪੇਪਰ ਜਿਹੜਾ ਤੁਸੀਂ ਅਟੈਚ ਕਰ ਦੋਗੇ, ਔਰ ਉਸ ਪੇਪਰ ਨੂੰ ਅਟੈਚ ਕਰਕੇ ਈਮੇਲ 'ਤੇ ਸਾਨੂੰ ਸਬਮਿਟ ਕਰੋਗੇ, ਠੀਕ ਹੈ। ਸੋ ਹੁਣ ਜੋ ਸ਼ੀਟਸ ਤੁਸੀਂ ਯੂਜ਼ ਕਰਨੀਆਂ ਉਹਦਾ ਇਹ ਸਪੈਸੀਫਿਕ ਦਿੱਤਾ ਹੋਇਆ ਜੋ ਮੈਂ ਸ਼ੇਅਰ ਕੀਤਾ ਸਕਰੀਨ 'ਤੇ। ਸੋ ਇੱਥੇ ਕਲਾਸ, ਰੋਲ ਨੰਬਰ, ਵਿਸ਼ਾ, ਪੇਪਰ, ਇਹ ਸਭ ਕੁਝ ਭਰ ਦੇਣਾ ਔਰ ਸਾਈਨ ਕਰ ਦੇਣੇ ਆ ਤੁਸੀਂ ਆਪਣੇ। ਸੋ ਇਹੀ ਸ਼ੀਟਸ ਯੂਜ਼ ਕਰਨੀਆਂ, ਇਹਨਾਂ ਦਾ ਸਾਈਜ਼ A4 ਸਾਈਜ਼ ਹੋਏਗਾ। ਔਰ ਕੁਝ ਸ਼ੀਟਸ ਮਾਰਕੀਟ ਵਿੱਚ ਅਵੇਲੇਬਲ ਵੀ ਹੈ, ਉਹ ਵੀ ਤੁਸੀਂ ਸ਼ੀਟਸ ਯੂਜ਼ ਕਰ ਸਕਦੇ ਹੋ। ਔਰ ਸਾਈਜ਼ ਜਿਹੜਾ ਪੇਪਰ ਦਾ A4 ਪੈਟਰਨ ਜਿਹੜਾ ਹੈ ਉਹ A4 ਹੀ ਹੋਣਾ ਚਾਹੀਦਾ ਹੈ। ਦੂਸਰਾ, ਔਰ ਤੁਸੀਂ ਮੈਕਸੀਮਮ ਇਸ ਲਈ 16 ਸ਼ੀਟਸ ਜਿਹੜੀਆਂ ਯੂਜ਼ ਕਰ ਸਕਦੇ ਹੋ। 16 ਸ਼ੀਟਸ ਦੇ ਵਿੱਚ ਤੁਸੀਂ ਆਪਣਾ ਪੇਪਰ ਸੋਲਵ ਕਰਨਾ ਹੈ। ਸੋ 16 ਤੋਂ ਵੱਧ ਯੂਜ਼ ਨਹੀਂ ਕਰਨੀਆਂ, ਓਨਲੀ 16 ਸ਼ੀਟਸ ਆਰ ਲਿਮਟਡ, ਠੀਕ ਹੈ। ਸੋ ਇਹ ਜਿਹੜਾ 16 ਸ਼ੀਟਸ 'ਤੇ ਹੀ ਪੇਪਰ ਸੋਲਵ ਕੀਤਾ ਜਾਵੇ। ਪਹਿਲੀ ਸ਼ੀਟਸ ਇਹ ਵਾਲੀ ਯੂਜ਼ ਕਰਨੀ ਹੈ ਜੋ ਮੈਂ ਸਕਰੀਨ 'ਤੇ ਸ਼ੇਅਰ ਕਰ ਰਿਹਾ। ਉਸ ਤੋਂ ਬਾਅਦ ਬਾਕੀ 15 ਸ਼ੀਟਸ ਤੁਸੀਂ ਬਲੈਂਕ A4 ਸਾਈਜ਼ ਜੋ ਫੋਟੋ ਸਟੇਟ ਲਈ ਯੂਜ਼ ਕਰਦੇ ਹੋ ਉਹ ਵੀ ਯੂਜ਼ ਕਰ ਸਕਦੇ ਹੋ, ਜਾਂ ਬੁੱਕ ਸ਼ੋਪਸ 'ਤੇ ਅਵੇਲੇਬਲ ਹੈ 16 ਪੇਜਿਸ ਦਾ ਸ਼ੀਟਸ ਦਾ ਸੈੱਟ। ਇੱਕ ਪੇਪਰ ਲਈ ਤੁਸੀਂ ਉਹ ਸੈੱਟ ਪਰਟੀਕੂਲਰਲੀ ਯੂਜ਼ ਕਰ ਸਕਦੇ ਹੋ, ਠੀਕ ਹੈ। ਸੋ ਉਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਟਾਰਗੇਟ ਹੈ ਵੀ ਹੁਣ ਪੇਪਰ ਤੁਹਾਨੂੰ ਪਤਾ ਲੱਗ ਗਿਆ, ਪੇਪਰ ਰਿਸੀਵ ਹੋ ਗਿਆ। ਹੁਣ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਵੀ ਪੇਪਰ ਸੋਲਵ ਕਿੰਨਾ ਕਰਨਾ। ਫੋਰ ਐਗਜ਼ਾਮਪਲ ਤੁਸੀਂ ਇੱਥੇ 7th ਪੁਆਇੰਟ ਦੇ ਵਿੱਚ ਲਿਖਿਆ ਹੋਇਆ ਕਿ ਹਰ ਵਿਦਿਆਰਥੀ 50% ਪੇਪਰ ਹੀ ਹੱਲ ਕਰੇਗਾ। ਲਾਈਕ ਤੁਹਾਡੇ BSc ਦੇ ਵਿੱਚ ਸੈਕਸ਼ਨ A, ਸੈਕਸ਼ਨ B ਔਰ ਸੈਕਸ਼ਨ C 3 ਸੈਕਸ਼ਨ ਆਉਂਦੇ ਆ। 3 ਸੈਕਸ਼ਨ ਦੇ ਵਿੱਚ 9 ਕੁਐਸਚਨ ਹੁੰਦੇ ਆ। ਸੈਕਸ਼ਨ A ਦੇ ਵਿੱਚ 4 ਕੁਐਸਚਨ, B ਦੇ ਵਿੱਚ 4 ਕੁਐਸਚਨ ਐਂਡ ਸੈਕਸ਼ਨ C ਦੇ ਵਿੱਚ ਅਗੇਨ 4 ਕੁਐਸਚਨ। ਸੋ ਯੂ ਹੈਵ ਟੂ ਅਟੈਂਪਟ ਓਨਲੀ 4 ਕੁਐਸਚਨ ਫਰੋਮ ਆਲ ਦਾ ਪੇਪਰ। ਸਾਰੇ ਪੇਪਰ ਦੇ ਵਿੱਚੋਂ ਤੁਸੀਂ 9 ਵਿੱਚੋਂ 4 ਪ੍ਰਸ਼ਨ ਹੀ ਸੋਲਵ ਕਰਨੇ ਹੈ। ਅੱਛਾ, ਅਗਰ ਕਿਸੇ ਪੇਪਰ ਵਿੱਚ 9 ਕੁਐਸਚਨ ਹੈ ਤਾਂ ਉਹਦੇ ਵਿੱਚ 4 ਸੋਲਵ ਕਰਨੇ ਹੈ। ਅਗਰ 7 ਕੁਐਸਚਨ ਹੈ ਤਾਂ ਉਹਦੇ ਵਿੱਚ 3 ਸੋਲਵ ਕਰਨੇ ਹੈ। ਹੁਣ ਬਹੁਤ ਸਾਰੇ ਸਟੂਡੈਂਟਸ ਦਾ ਇਹ ਕੁਐਸਚਨ ਹੈ ਜੀ, ਸੈਕਸ਼ਨ C ਦੇ ਵਿੱਚ ਇੱਕ ਕੁਐਸਚਨ ਹੀ ਹੁੰਦਾ ਜਿਹਦੇ ਵਿੱਚ ਸਬ ਪਾਰਟ ਹੁੰਦੇ ਆ ਅੱਗੇ। ਸੋ ਪੂਰੇ ਕੁਐਸਚਨ ਨੂੰ ਇੱਕ ਕੁਐਸਚਨ ਹੀ ਮੰਨਿਆ ਜਾਏਗਾ ਔਰ ਉਹਦੇ ਸਾਰੇ ਸਬ ਪਾਰਟ ਸੋਲਵ ਕਰਨੇ ਪੈਣਗੇ ਅਗਰ ਤੁਸੀਂ ਸੈਕਸ਼ਨ C ਵਾਲਾ ਕੁਐਸਚਨ ਸੋਲਵ ਕਰਦੇ ਹੋ। ਸੋ ਸੈਕਸ਼ਨ C ਦਾ ਜਿਹੜਾ ਇੱਕ ਕੁਐਸਚਨ ਹੈ ਜਿਹਦੇ ਸਬ ਪਾਰਟ ਹੈ
ਉਹਨੂੰ ਸਾਰੇ ਸਬ ਪਾਰਟ ਨੂੰ ਮਿਲਾ ਕੇ ਇੱਕ ਕੁਐਸਚਨ ਹੀ ਅਜ਼ਿਊਮ ਕੀਤਾ ਜਾਏਗਾ। ਠੀਕ ਹੈ। ਸੋ ਉਸ ਤੋਂ ਬਾਅਦ ਪੇਪਰ ਨੂੰ ਸੋਲਵ ਕਰਨ ਤੋਂ ਬਾਅਦ ਤੁਸੀਂ ਉਸ ਦੀ PDF ਫਾਈਲ ਬਣਾਓਗੇ। PDF ਫਾਈਲ ਨੂੰ ਮੇਲ ਉੱਤੇ ਅਟੈਚ ਕਰੋਗੇ ਔਰ ਉਸ PDF ਫਾਈਲ ਬਣਾ ਕੇ ਕਾਲਜ ਦੀ ਇੱਕ ਈਮੇਲ ID ਜੋ ਤੁਹਾਨੂੰ WhatsApp ਗਰੁੱਪ ਵਿੱਚ ਪ੍ਰੋਵਾਈਡ ਕੀਤੀ ਜਾਏਗੀ, ਉਸ ਈਮੇਲ ID 'ਤੇ ਤੁਸੀਂ ਆਪਣੇ ਪੇਪਰ ਨੂੰ ਸੈਂਡ ਕਰੋਗੇ ਸਾਰੇ ਜਣੇ। ਸੋ ਇਸ ਚੀਜ਼ ਨੂੰ ਕੇਅਰਫੁਲੀ ਤੁਸੀਂ ਸਭ ਪੇਪਰ ਪੇਪਰ ਨੂੰ ਸਬਮਿਟ ਕਰਨ ਲਈ ਧਿਆਨ ਵਿੱਚ ਰੱਖਣਾ ਕਿ ਕਈ ਵਾਰ ਜਿਹੜੀ ਫਾਈਲ ਤੁਸੀਂ ਸੈਂਡ ਕੀਤੀ ਹੈ ਉਹ ਸਾਨੂੰ ਕੋਈ ਹੋਰ ਫਾਈਲ ਰਿਸੀਵ ਹੋ ਜਾਂਦੀ ਹੈ। ਸੋ ਪੇਪਰ ਨੂੰ ਜਦੋਂ ਵੀ ਤੁਸੀਂ ਆਪਣੀ Gmail ਦੇ ਵਿੱਚ ਅਟੈਚ ਕਰਨਾ, ਲਾਈਕ ਇੱਥੇ ਮੈਂ ਆਪਣੇ ਮੋਬਾਈਲ ਵਿੱਚ ਕੋਈ Gmail ਦਾ ਖੋਲ੍ਹ ਕੇ ਦਿਖਾ ਰਿਹਾ। ਸੋ ਇਹਦੀ ਸੈਂਟ ਆਈਟਮ ਚੈੱਕ ਕਰ ਲੈਣੀ ਹੈ ਮੋਬਾਈਲ ਦੀ। ਸੈਂਟ ਆਈਟਮ ਦੇ ਵਿੱਚ ਜਾ ਕੇ ਫੋਰ ਐਗਜ਼ਾਮਪਲ ਮੇਰੇ ਕੋਲ ਆਹ ਇੱਕ ਇੰਗਲਿਸ਼ PDF ਹੈ ਜੋ ਇੱਥੇ ਹੈ ਇੰਗਲਿਸ਼ PDF। ਠੀਕ ਹੈ। ਸੋ ਇੱਥੇ ਅਟੈਚ ਹੈ ਇਸ ਜਿਹੜੀ ਮੇਲਸ ਮੈਂ ਸਿਲੈਕਟ ਕੀਤੀ ਹੈ ਇਹਦੇ ਵਿੱਚ ਇੱਕ PDF ਫਾਈਲ ਅਟੈਚ ਹੈ। ਲੇਕਿਨ ਜਿਹੜੀ ਆ ਇਸ ਤੋਂ ਨੀਚੇ ਵਾਲੀ ਮੇਲ ਹੈ ਉਹਦੇ ਵਿੱਚ ਆਪਾਂ ਨੂੰ ਦਿਖ ਰਿਹਾ ਇੱਥੇ ਕੋਈ PDF ਅਟੈਚ ਨਹੀਂ। ਸੋ ਸੈਂਡ ਕਰਨ ਤੋਂ ਬਾਅਦ ਇਹ ਸੈਂਟ ਮੇਲ ਆਪਣੀ ਚੈੱਕ ਕਰ ਲੈਣੀ ਹੈ ਕਿ ਤੁਹਾਡੀ PDF ਅਗਰ ਇੱਥੇ ਸ਼ੋ ਹੋ ਰਹੀ ਹੈ ਦੈਟ ਮੀਨਸ ਤੁਸੀਂ ਸੈਂਡ ਕਰ ਦਿੱਤੀ ਹੈ। ਅਗਰ ਇੱਥੇ ਨਹੀਂ ਸ਼ੋ ਹੋ ਰਹੀ PDF ਅਟੈਚ ਤਾਂ ਤੁਹਾਡੀ ਈਮੇਲ ਦੇ ਵਿੱਚ ਕੋਈ PDF ਅਟੈਚ ਨਹੀਂ ਹੈ, ਤੁਹਾਡੀ ਈਮੇਲ ਖਾਲੀ ਜਾ ਰਹੀ ਹੈ। ਸੋ ਇਸ ਤਰੀਕੇ ਨਾਲ ਤੁਸੀਂ ਇਹ ਸੈਂਟ ਆਈਟਮ ਜਿਹੜੀ ਹੈ ਸੈਂਡ ਕਰਨ ਤੋਂ ਬਾਅਦ ਚੈੱਕ ਕਰਨੀ ਹੈ ਮੋਬਾਈਲ ਦੀ। ਸੈਕੰਡਲੀ ਜਦੋਂ ਤੁਸੀਂ PDF ਬਣਾ ਲਈ ਹੈ ਨਾ, ਸਕੈਨ ਕਰ ਲਿਆ ਪੇਪਰ, ਉਸ ਤੋਂ ਬਾਅਦ ਤੁਸੀਂ ਸਕੈਨ ਕਰਨ ਤੋਂ ਬਾਅਦ ਤੁਸੀਂ PDF ਨੂੰ ਉਸ ਆਪਣੇ ਰੋਲ ਨੰਬਰ ਦੇ ਨਾਮ 'ਤੇ ਸੇਵ ਕਰਨਾ ਹੈ। ਰੋਲ ਨੰਬਰ ਦੇ ਨਾਮ ਦੇ ਇਹਦੇ ਲਈ ਤੁਸੀਂ ਕੈਮ ਸਕੈਨਰ ਯੂਜ਼ ਕਰ ਸਕਦੇ ਹੋ ਸਕੈਨ ਕਰਨ ਲਈ। ਇੱਕ ਸੋਫਟਵੇਅਰ ਹੈ ਕੈਮ ਸਕੈਨਰ, ਉਹਦੇ ਵਿੱਚ ਹੀ PDF ਜਨਰੇਟ ਕਰ ਸਕਦੇ ਹੋ। ਉਹਨੂੰ ਜਦੋਂ ਜਨਰੇਟ ਕਰਨ ਤੋਂ ਬਾਅਦ ਤੁਸੀਂ ਸੋਲਵ ਕਰੋਗੇ ਤਾਂ ਤਾਂ ਸੇਵ ਕਰਨ ਵੇਲੇ ਉੱਥੇ ਸਿਰਫ ਨਾਮ ਆਪਣਾ ਰੋਲ ਨੰਬਰ ਦੇਣਾ ਹੈ। ਲਾਈਕ ਮੇਰਾ ਰੋਲ ਨੰਬਰ ਹੈ 1809 ਤਾਂ ਮੈਂ ਉੱਥੇ ਸਿਰਫ 1809 ਹੀ ਲਿਖਾਂਗਾ, ਹੋਰ ਕੋਈ ਵਰਡ ਜਾਂ ਕੁਛ ਹੋਰ ਆਪਣਾ ਨਾਮ ਕੁਛ ਨਹੀਂ ਲਿਖਾਂਗਾ, ਸਿਰਫ 1809 ਹੀ ਉੱਥੇ ਲਿਖਿਆ ਹੋਣਾ ਚਾਹੀਦਾ। ਸੋ ਇਹ ਦੋ ਚੀਜ਼ਾਂ ਦਾ ਧਿਆਨ ਰੱਖਣਾ। ਇੱਕ PDF ਆਪਣੇ ਨਾਮ 'ਤੇ ਸੇਵ ਕਰਨੀ ਹੈ, ਠੀਕ ਹੈ ਨਾਮ ਨਹੀਂ ਰੋਲ ਨੰਬਰ 'ਤੇ ਸੇਵ ਕਰਨੀ ਹੈ। ਸੈਕੰਡਲੀ PDF ਸੈਂਟ ਮੇਲ ਦੇ ਵਿੱਚ ਚੈੱਕ ਕਰਨੀ ਹੈ ਵੀ PDF ਅਟੈਚ ਹੈ, ਜਿਹੜੀ ਤੁਸੀਂ ਸੈਂਡ ਕਰਨੀ ਚਾਹੁੰਦੇ ਹੋ ਉਹੀ ਸੈਂਡ ਹੋ ਰਹੀ ਹੈ। ਈਵਨ ਸੈਂਡ ਕਰਨ ਤੋਂ ਪਹਿਲਾਂ ਵੀ ਤੁਸੀਂ 2 ਵਾਰ PDF ਨੂੰ ਖੋਲ੍ਹ ਕੇ ਜ਼ਰੂਰ ਦੇਖੋ ਕਿ ਸਾਰੇ ਦੇ ਸਾਰੇ ਪੇਜ ਜਿਹੜੇ ਆ ਉਸ PDF ਦੇ ਵਿੱਚ ਅਟੈਚ ਹੋ ਗਏ ਹੈ, ਕੋਈ ਪੇਜ ਮਿਸ ਤਾਂ ਨਹੀਂ। ਅਗਰ ਕੋਈ ਪੇਜ ਮਿਸ ਰਹਿ ਗਿਆ ਤਾਂ ਕੱਲ੍ਹ ਨੂੰ ਜਦੋਂ ਤੁਹਾਡੇ ਪੇਪਰ ਚੈੱਕ ਹੋਣਗੇ ਤਾਂ ਤੁਹਾਨੂੰ ਹੀ ਪ੍ਰੋਬਲਮ ਆਏਗੀ। ਸੋ all 16 pages should be scanned properly and attached in PDF file. Secondly sent item ਦੇ ਵਿੱਚ ਆਪਣੀ PDF ਨੂੰ ਤੁਸੀਂ ਚੈੱਕ ਕਰੋਗੇ। ਠੀਕ ਹੈ। ਸੋ ਇਹ ਸਾਰੀਆਂ ਇੰਸਟਰਕਸ਼ਨਸ ਹੈ ਜੋ ਤੁਹਾਨੂੰ ਮੈਂ ਦੇ ਰਿਹਾ ਇਸ ਦੇ ਬਾਰੇ। ਔਰ ਇਹ ਵੀ ਕਲੀਅਰਲੀ ਯੂਨੀਵਰਸਿਟੀ ਨੇ ਕਿਹਾ ਹੈ ਕਿ ਇਸ ਪੁਆਇੰਟ ਤੋਂ ਬਾਅਦ PDF ਸੈਂਡ ਕਰਨ ਤੋਂ ਬਾਅਦ ਜਦੋਂ ਤੁਸੀਂ ਇਸ ਸੈਸ਼ਨ ਦੇ ਲਈ ਪ੍ਰੀਖਿਆਵਾਂ ਵਿੱਚ 11th ਪੁਆਇੰਟ ਹੈ, ਇਸ ਸੈਸ਼ਨ ਦੇ ਲਈ ਪ੍ਰੀਖਿਆਵਾਂ ਵਿੱਚ ਉੱਤਰ ਕਾਪੀਆਂ ਦਾ ਪੁਨਰ ਮੁਲਾਂਕਣ ਅਤੇ ਰੀਚੈਕਿੰਗ ਦੀ ਸੁਵਿਧਾ ਨਹੀਂ ਹੋਵੇਗੀ। ਸੋ ਬਿਲਕੁਲ ਜੋ ਤੁਸੀਂ ਕਰਨਾ ਉਹ ਧਿਆਨ ਨਾਲ ਕਰਨਾ। ਠੀਕ ਹੈ। ਆਪਣਾ ਪੇਪਰ ਪੂਰੀ ਤਰ੍ਹਾਂ ਅੱਛੀ ਤਰ੍ਹਾਂ PDF ਫਾਈਲ ਬਣਾਉਣੀ ਹੈ, ਸਕੈਨ ਹੈ ਵਿਜ਼ੀਬਲ ਹੋਵੇ, PDF ਫਾਈਲ ਵਿਜ਼ੀਬਲ ਹੋਵੇ ਪ੍ਰੋਪਰਲੀ ਔਰ ਪੇਪਰ ਨੂੰ ਤਰੀਕੇ ਨਾਲ ਸੋਲਵ ਕਰਕੇ PDF ਫਾਈਲ ਵਿੱਚ ਅਟੈਚ ਕਰਕੇ ਔਰ ਕਾਲਜ ਜੋ ID ਪ੍ਰੋਵਾਈਡ ਕਰੇਗਾ ਉਸ ID 'ਤੇ ਤੁਸੀਂ ਰੈਗੂਲਰਲੀ ਬਿਫੋਰ 2 PM ਫੋਰ ਦਾ BSc ਟਾਈਮ ਹੈ ਔਰ ਫੋਰ MSc ਜਿਹੜਾ ਟਾਈਮ ਹੈ ਉਹ 1 ਵਜੇ ਦਾ ਟਾਈਮ ਹੈ। BSc ਵਾਲਿਆਂ ਨੇ 2 ਵਜੇ ਤੋਂ ਪਹਿਲਾਂ ਔਰ MSc ਵਾਲਿਆਂ ਨੂੰ 1 ਵਜੇ ਤੋਂ ਪਹਿਲਾਂ PDF ਜਿਹੜੀ ਹੈ ਕਾਲਜ ਦੀ ਈਮੇਲ ID 'ਤੇ ਸੈਂਡ ਕਰ ਦਿੱਤੀ ਜਾਵੇ ਔਰ ਅਸੀਂ ਜਦੋਂ ਇਹ ਰਿਸੀਵ ਹੋ ਗਈ ਸਾਨੂੰ PDF ਅਸੀਂ 2 ਵਜੇ ਦੇ ਕਰੀਬ ਅਸੀਂ ਨੋਟੀਫਿਕੇਸ਼ਨ WhatsApp ਗਰੁੱਪ ਵਿੱਚ ਪਾਵਾਂਗੇ ਵੀ ਸਾਰਿਆਂ ਦੀ PDF ਜਿਹੜੀ ਆ ਰਿਸੀਵ ਹੋ ਗਈ ਹੈ। ਓਕੇ, ਥੈਂਕ ਯੂ।